ਹੁਣ ਤੱਕ ਤੁਸੀਂ ਪੜ੍ਹਿਆ ਕਿ ਅਸੀਂ ਸਾਰੇ ਇਸ ਗੱਲ ਤੋਂ ਅਣਜਾਣ ਸੀ ਕਿ ਮਾਂ ਆਖਰ ਕੀ ਬਣਵਾ ਰਹੀ ਹੈ। ਅਜਿਹਾ ਕੀ ਖਾਸ ਹੈ। ਪਰ ਇਹ ਰਾਜ ਵੀ ਰਾਤ ਨੂੰ ਖੁੱਲਿਆ। ਉਹ ਵੀ ਪੂਰਾ ਨਹੀਂ, ਬਸ ਅੱਧਾ ਅਧੂਰਾ। ਰਾਤ ਨੂੰ ਮਜ਼ਦੂਰਾਂ ਦੇ ਜਾਣ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ ਤਾਂ ਇੱਕ ਕਮਰੇ ਸਰੀਏ ਬੰਨੇ ਹੋਏ ਸਨ। ਜਿਸ ਕਮਰੇ 'ਚ ਮਾਂ ਭੈਣਾਂ ਨੂੰ ਬੰਦ ਕਰਦੀ ਸੀ ਉਹ ਅਜੀਬ ਜਿਹਾ ਹੋਇਆ ਪਿਆ ਸੀ ਤੇ ਉਸਨੂੰ ਕਾਫੀ ਵੱਡਾ ਵੀ ਕਰਵਾ ਦਿੱਤਾ ਸੀ ਕਿਉਂਕਿ ਉਸਨੂੰ ਪਿਛਲੀ ਗਲੀ ਤੱਕ ਲੰਮਾ ਕੀਤਾ ਗਿਆ ਸੀ। ਮੈਂ ਇੱਕ ਵਾਰ ਹਿੰਮਤ ਕੀਤੀ ਕਿਉਂਕਿ ਮੈਨੂੰ ਇਹ ਗੱਲ ਪਚ ਨਹੀਂ ਰਹੀ ਸੀ। ਜਦੋਂ ਤੱਕ ਮੈਂ ਪਤਾ ਨਹੀਂ ਕਰ ਲੈਂਦੀ ਸੀ ਮੈਨੂੰ ਚੈਨ ਨਹੀਂ ਮਿਲਦਾ ਸੀ। ਮਾਂ ਹੁਣ ਤਾਂ ਦੱਸ ਦਿਓ ਕੀ ਬਣਵਾ ਰਹੀ ਹੋ। ਜਿਸ ਤੇ ਉਹ ਬੋਲੀ ਕਿ ਤੈਨੂੰ ਮੈਂ ਮਨਾ ਕੀਤਾ ਸੀ ਨਾ, ਤੂੰ ਕਿਉਂ ਆਈ ਮਜ਼ਦੂਰਾਂ ਦੇ ਸਾਹਮਣੇ। ਅੱਜ ਤੋਂ ਬਾਅਦ ਕੋਈ ਗਲਤੀ ਕੀਤੀ ਨਾ ਤਾਂ ਲੱਤਾਂ ਤੋੜ ਦਿਆਂਗੀ। ਉਸ ਸਮੇਂ ਹੀ ਖੁਸ਼ੀ ਭੈਣ ਤੇ ਤੈਨੂੰ ਭੈਣ ਦਾ ਲੰਗੜਾ ਕੇ ਚੱਲਣਾ ਯਾਦ ਆਇਆ ਤੇ ਮੈਂ ਡਰ ਕੇ ਚੁੱਪ ਹੋ ਗਈ। ਚੰਗਾ, ਮੁਆਫ ਕਰ ਦਿਓ ਮਾਂ, ਪਰ ਦੱਸ ਤਾਂ ਦਿਓ ਮੈਂ ਤੁਹਾਡੀ ਚੰਗੀ ਵਾਲੀ ਬੇਟੀ ਨਹੀਂ। ਜਿੱਥੇ ਕੁਝ ਹੋਰ ਕੰਮ ਨਾ ਆਵੇ ਉੱਥੇ ਮੱਖਣ ਲਾਉਣਾ ਬਹੁਤ ਚੰਗਾ ਹੈ। ਤੇ ਮੈਂ ਵੀ ਇਹੀ ਸਕੀਮ ਲਾਈ ਤੇ ਮਾਸੂਮ ਬਣ ਕੇ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਜੇਲ੍ਹ ਬਣਵਾ ਰਹੀ ਹਾਂ ਤੁਹਾਡੇ ਸਾਰਿਆਂ ਲਈ। ਹੁਣ ਜੋ ਕੋਈ ਗਲਤੀ ਕਰੇਗੀ ਉਹ ਇੱਥੇ ਬੰਦ ਹੋਵੇਗੀ। ਮੈਨੂੰ ਲੱਗਿਆ ਮਾਂ ਮਜ਼ਾਕ ਕਰ ਰਹੀ ਹੈ ਤੇ ਇਸ ਗੱਲ ਤੇ ਮੈਨੂੰ ਹੱਸਣ ਲੱਗੀ, ਪਰ ਉਹ ਮਜ਼ਾਕ ਨਹੀਂ ਕਰ ਰਹੀ ਸੀ, ਉਹ ਸੱਚ ਆਖ ਰਹੀ ਸੀ। ਤਦ ਮੇਰੇ ਹੱਸਣ ਤੇ ਨਾਰਾਜ਼ ਹੋ ਕੇ ਬੋਲੀ ਕਿ ਰੀਆ, ਇਹ ਬਦਤਮੀਜ਼ੀ ਹੈ। ਜੇਕਰ ਮਾਂ ਕੋਈ ਗੱਲ ਕਹੇ ਤਾਂ ਦੰਦ ਨਹੀਂ ਕੱਢੀ ਦੇ, ਸਗੋਂ ਉਸਨੂੰ ਧਿਆਨ ਨਾਲ ਸੁਣੀਦਾ ਹੈ ਤੇ ਉਸ ਤੇ ਚੱਲਣ ਦੀ ਕੋਸ਼ਿਸ਼ ਕਰੀਦੀ ਹੈ। ਅੱਜ ਤੋਂ ਬਾਅਦ ਤੂੰ ਕਦੇ ਅਜਿਹਾ ਵਿਵਹਾਰ ਕੀਤਾ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਹੀ ਤੈਨੂੰ ਇਸ ਜੇਲ੍ਹ ਦੇ ਅੰਦਰ ਬੰਦ ਕਰਾਂਗੀ। ਮਾਂ ਦੀ ਇਸ ਗੱਲ ਤੇ ਇੱਕਦਮ ਮੇਰੇ ਹਾਸੇ ਨੂੰ ਬ੍ਰੇਕ ਲਾ ਦਿੱਤਾ ਤੇ ਮੈਂ ਡਰੀਆਂ ਹੋਈਆਂ ਨਜ਼ਰਾਂ ਨਾਲ ਉਹਨਾਂ ਨੂੰ ਦੇਖਦੇ ਹੋਏ ਬੋਲੀ ਕਿ ਮਾਂ, ਕੀ ਤੁਸੀਂ ਸੱਚ ਆਖ ਰਹੇ ਹੋ। ਪਰ ਇਸ ਵਾਰ ਉਹ ਨਹੀਂ ਬੋਲੀ ਤੇ ਮੈਨੂੰ ਗੁੱਸੇ ਵਾਲੀਆਂ ਨਜ਼ਰਾਂ ਨਾਲ ਦੇਖਦੇ ਹੋਏ ਕਮਰੇ ਚਲੀ ਗਈ। ਪਿੱਛੋਂ ਭੈਣ ਨੇ ਮੇਰਾ ਹੱਥ ਫੜਿਆ ਤੇ ਆਪਣੇ ਕਮਰੇ 'ਚ ਲੈ ਗਈ। ਰੀਆ, ਪਾਗਲ ਕਿਉਂ ਬਣੀ ਬੈਠੀ ਹੈ। ਕਿੰਨੀ ਵਾਰ ਤੈਨੂੰ ਮਨਾ ਕੀਤਾ ਹੈ ਕਿ ਫਜ਼ੂਲ ਦੇ ਸਵਾਲ ਨਾ ਕਰਿਆ ਕਰ। ਜੇਕਰ ਮਾਂ ਨੂੰ ਗੁੱਸਾ ਆ ਗਿਆ ਤਾਂ ਬਹੁਤ ਬੁਰਾ ਹੋਵੇਗਾ ਤੇਰੇ ਨਾਲ। ਤੂੰ ਸਮਝਦੀ ਕਿਉਂ ਨਹੀਂ। ਤੂੰ ਇਹਨਾਂ ਸਵਾਲਾਂ ਦਾ ਪਿੱਛਾ ਕਿਉਂ ਨਹੀਂ ਛੱਡਦੀ। ਕਿੰਨੇ ਵਾਰ ਮੈਂ ਤੈਨੂੰ ਮਨਾ ਕਰ ਚੁੱਕੀ ਹਾਂ, ਪਰ ਤੂੰ ਹੈ ਕਿ ਇਸ ਗੱਲ ਦਾ ਪਿੱਛਾ ਨਹੀਂ ਛੱਡਦੀ। ਰੁਕ ਜਾ, ਨਾ ਕਰ ਪਿੱਛਾ ਇਹਨਾਂ ਗੱਲਾਂ ਦਾ। ਇੱਕ ਦਿਨ ਖੁਦ ਪਤਾ ਲੱਗ ਜਾਵੇਗਾ, ਫਿਰ ਤੂੰ ਰੋਂਦੀ ਫਿਰੇਂਗੀ। ਭੈਣ ਬਹੁਤ ਜ਼ਿਆਦਾ ਰੋ ਰਹੀ ਸੀ ਤੇ ਮੈਨੂੰ ਖੁਦ ਤੇ ਗੁੱਸਾ ਆਇਆ। ਮੈਂ ਕਿਉਂ ਇਹਨਾਂ ਗੱਲਾਂ ਦੇ ਪਿੱਛੇ ਭੱਜ ਰਹੀ ਹਾਂ ਜਦੋਂ ਕਿ ਇਹ ਗੱਲਾਂ ਚੰਗੀਆਂ ਵੀ ਨਹੀਂ ਹਨ। ਇਹ ਜਾਣਦੇ ਹੋਏ ਵੀ ਕਿ ਦੋਨੇ ਭੈਣਾਂ ਦੀ ਕੀ ਹਾਲਤ ਹੋਈ ਹੈ। ਮੈਂ ਬਸ ਆਪਣੇ ਸ਼ੱਕ ਦੇ ਪਿੱਛੇ ਵਾਰ-ਵਾਰ ਤੈਨੂੰ ਭੈਣ ਤੇ ਖੁਸ਼ੀ ਭੈਣ ਤੋਂ ਪੁੱਛ ਕੇ ਉਹਨਾਂ ਨੂੰ ਤਕਲੀਫ ਦੇ ਰਹੀ ਹਾਂ। ਉਸ ਰਾਤ ਮੈਂ ਭੈਣ ਨਾਲ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਮੈਂ ਇਸ ਬਾਰੇ 'ਚ ਕਿਸੇ ਤੋਂ ਨਹੀਂ ਪੁੱਛਾਂਗੀ ਤੇ ਹਰ ਕੰਮ ਬਹੁਤ ਚੰਗੀ ਤਰ੍ਹਾਂ ਕਰਾਂਗੀ। ਮਾਂ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗੀ। ਬਸ ਮੈਨੂੰ ਇਸ ਵਾਰ ਮਾਫ ਕਰ ਦਿਓ, ਮੈਂ ਤੁਹਾਡਾ ਦਿਲ ਦੁਖਾਇਆ ਹੈ। ਭੈਣ ਇਸ ਗੱਲੋਂ ਬਹੁਤ ਜ਼ਿਆਦਾ ਖੁਸ਼ ਹੋਈ ਤੇ ਆਪਣੇ ਬੈੱਡ ਦੇ ਹੇਠੋਂ 500 ਰੁਪਏ ਕੱਢ ਕੇ ਮੈਨੂੰ ਦਿੱਤੇ। ਮੈਂ ਹੈਰਾਨ ਰਹਿ ਗਈ ਕਿਉਂਕਿ ਉਹਨਾਂ ਕੋਲ ਇੰਨੇ ਸਾਰੇ ਪੈਸੇ ਕਿੱਥੋਂ ਆਏ। ਮਾਂ ਤਾਂ ਸਾਡੇ ਚੋਂ ਕਿਸੇ ਨੂੰ ਵੀ ਖਰਚਾ ਨਹੀਂ ਦਿੰਦੀ ਸੀ। ਮੈਂ ਭੈਣ ਤੋਂ ਪੁੱਛਿਆ ਤਾਂ ਉਹ ਹੱਸ ਕੇ ਬੋਲੀ ਕਿ ਤੂੰ ਦੇਖਿਆ ਹੈ ਨਾ ਕਿ ਜਦੋਂ ਮੈਂ ਕਮਰੇ ਚੋਂ ਬਾਹਰ ਆਉਂਦੀ ਹਾਂ ਤਾਂ ਮਾਂ 500 ਦੇ ਕਿੰਨੇ ਨੋਟ ਉਠਾਉਂਦੀ ਹੈ। ਮੈਂ ਇਸ ਗੱਲ ਤੇ ਛੇਤੀ ਦੇ ਨੇ ਸਿਰ ਹਾਂ 'ਚ ਹਿਲਾ ਦਿੱਤਾ। ਭੈਣ ਕਹਿਣ ਲੱਗੀ ਕਿ ਮੈਂ ਵੀ ਉਹਨਾਂ ਪੈਸਿਆਂ ਚੋਂ ਕੁਝ ਉਠਾ ਲਏ ਸਨ। ਹੁਣ ਇਹ ਤੇਰੇ ਹੋਏ ਕਿਉਂਕਿ ਤੂੰ ਮੇਰੀ ਗੱਲ ਮੰਨ ਰਹੀ ਹੈ ਤੇ ਜੇਕਰ ਤੂੰ ਮੇਰੇ ਨਾਲ ਕੀਤਾ ਵਾਅਦਾ ਤੋੜਿਆ ਤਾਂ ਮੈਂ ਉਸੇ ਦਿਨ ਤੇਰੇ ਨਾਲ ਹਮੇਸ਼ਾ ਲਈ ਰੁੱਸ ਜਾਵਾਂਗੀ ਤੇ ਕਦੇ ਗੱਲ ਨਹੀਂ ਕਰਾਂਗੀ। ਮੈਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਕਦੇ ਵੀ ਅਜਿਹਾ ਨਹੀਂ ਹੋਵੇਗਾ ਕਿ ਮੈਂ ਤੇਰੇ ਨਾਲ ਕੀਤਾ ਹੋਇਆ ਵਾਅਦਾ ਤੋੜਾਂ। ਮੈਂ ਉਸ ਰਾਤ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਕਿ ਇਸ ਬਾਰੇ ਅੱਜ ਤੋਂ ਬਾਅਦ ਕੋਈ ਗੱਲ ਨਹੀਂ ਕਰਨੀ। ਜੇਕਰ ਮੈਂ ਇਸ ਤਰ੍ਹਾਂ ਹੀ ਪੁੱਛਦੀ ਰਹੀ ਤਾਂ ਮਾਂ ਮੈਨੂੰ ਵੀ ਜੇਲ੍ਹ 'ਚ ਨਾ ਪਾ ਦੇਵੇ। ਅਗਲੇ ਦਿਨ ਫਿਰ ਮਾਂ ਨੇ ਸਾਨੂੰ ਸਾਰਿਆਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਕਿਉਂਕਿ ਪਾਪਾ ਆਪਣੇ ਕਿਸੇ ਦੋਸਤ ਕੋਲ ਗਏ ਸਨ ਤੇ ਸਵੇਰ ਦੇ ਸਮੇਂ ਵਾਪਸ ਆਏ ਸਨ। ਉਸ ਦਿਨ ਵੀ ਪਾਪਾ ਨੇ ਮਾਂ ਤੋਂ ਪੈਸੇ ਮੰਗੇ ਤੇ ਮਾਂ ਦੇ ਦੇਣ ਤੋਂ ਮਨਾ ਕਰ ਦਿੱਤਾ, ਜਿਸ ਦੇ ਦੋਵਾਂ ਵਿਚਕਾਰ ਬਹੁਤ ਜ਼ਿਆਦਾ ਝਗੜਾ ਹੋਇਆ। ਇੱਥੋਂ ਤੱਕ ਕਿ ਪਾਪਾ ਮਾਂ ਨੂੰ ਕੁੱਟਣ ਲੱਗਿਆ ਤੇ ਮਾਂ ਪਾਪਾ ਤੋਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਪਰ ਪਾਪਾ ਨੇ ਸਟੀਲ ਦਾ ਫੂਲਦਾਨ ਉਠਾਇਆ ਤੇ ਜਿਵੇਂ ਹੀ ਉਹ ਫੂਲਦਾਨ ਮਾਂ ਦੇ ਸਿਰ ਤੇ ਮਾਰਨ ਲੱਗੇ ਤਾਂ ਉਹਨਾਂ ਦਾ ਪੈਰ ਤਿਲਕ ਗਿਆ ਤੇ ਪੈਰ ਤਿਲਕਦੇ ਹੀ ਪਾਪਾ ਦਾ ਸਿਰ ਜ਼ਮੀਨ ਤੇ ਜ਼ੋਰ ਨਾਲ ਲੱਗਣ ਕਾਰਨ ਫਟ ਗਿਆ। ਮਾਂ ਜਲਦੀ ਨਾਲ ਗਲੀ 'ਚ ਹੀ ਮੌਜੂਦ ਡਾਕਟਰ ਕੋਲ ਗਈ। ਡਾਕਟਰ ਨੇ ਦੱਸਿਆ ਕਿ ਪਾਪਾ ਦਾ ਦੇਹਾਂਤ ਹੋ ਚੁੱਕਾ ਹੈ। ਇਹ ਸੁਣ ਕੇ ਮਾਂ ਬਹੁਤ ਜ਼ਿਆਦਾ ਰੋਈ ਤੇ ਸਾਨੂੰ ਸਾਰੀਆਂ ਭੈਣਾਂ ਨੂੰ ਵੀ ਕਮਰੇ 'ਚੋਂ ਕੱਢ ਦਿੱਤਾ।
ਮਾਂ ਰੋਂਦੇ ਹੋਏ ਕਹਿ ਰਹੀ ਸੀ ਕਿ ਜਿਸ ਆਦਮੀ ਤੋਂ ਤੁਹਾਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਅੱਜ ਉਹ ਇਸ ਦੁਨੀਆ 'ਚ ਨਹੀਂ ਰਿਹਾ। ਹੁਣ ਕੋਈ ਲੋੜ ਨਹੀਂ ਤੁਹਾਨੂੰ ਲੁਕਾਉਣ ਦੀ। ਬਾਹਰ ਆ ਕੇ ਦੇਖੋ ਆਪਣੇ ਪਾਪਾ ਨੂੰ। ਮੈਂ ਉਸ ਦਿਨ ਮਾਂ ਨੂੰ ਪਹਿਲੀ ਵਾਰ ਰੋਂਦੇ ਹੋਏ ਦੇਖਿਆ ਸੀ, ਨਹੀਂ ਤਾਂ ਉਹ ਪਰੇਸ਼ਾਨੀ 'ਚ ਵੀ ਆਪਣੇ ਮੱਥੇ ਤੇ ਇੱਕ ਤਿਉੜੀ ਨਹੀਂ ਪੈਣ ਦਿੰਦੀ ਸੀ। ਅਸੀਂ ਸਾਰੇ ਭਾਵੇਂ ਪਾਪਾ ਤੋਂ ਹਮੇਸ਼ਾ ਦੂਰ ਰਹੇ, ਪਰ ਮੈਨੂੰ ਵੀ ਬਹੁਤ ਜ਼ਿਆਦਾ ਰੋਣਾ ਆ ਰਿਹਾ ਸੀ। ਆਖਰ ਜੋ ਵੀ ਸਨ, ਜਿਹੋ ਜਿਹੇ ਵੀ ਸਨ, ਹੈ ਤਾਂ ਸਾਡੇ ਪਾਪਾ ਸਨ। ਪਾਪਾ ਦੇ ਦੇਹਾਂਤ ਦੇ ਚੌਥੇ ਦਿਨ ਹੀ ਮਾਂ ਦੀ ਹਾਲਤ ਠੀਕ ਹੋ ਗਈ ਤੇ ਘਰ 'ਚ ਜੋ ਜੇਲ੍ਹ ਬਣਨ ਦਾ ਕੰਮ ਅਧੂਰਾ ਰਹਿ ਗਿਆ ਸੀ, ਮਜ਼ਦੂਰ ਉਸ ਕੰਮ ਨੂੰ ਪੂਰਾ ਕਰਨ ਲਈ ਵਾਪਸ ਆ ਗਏ। ਦੇਖਦੇ ਹੀ ਦੇਖਦੇ 5 ਦਿਨਾਂ ਦੇ ਅੰਦਰ ਜੇਲ੍ਹ ਤਿਆਰ ਹੋ ਚੁੱਕੀ ਸੀ। ਮਾਂ ਹੁਣ ਬਹੁਤ ਜ਼ਿਆਦਾ ਖੁਸ਼ ਰਹਿੰਦੀ ਸੀ। ਰੋਜ਼ ਹੀ ਸਾਰੀਆਂ ਭੈਣਾਂ ਦਾ ਕਰਿਆ ਹੋਇਆ ਕੰਮ ਦੇਖਦੀ ਤੇ ਥੋੜਾ ਜਿਹਾ ਵੀ ਖਰਾਬ ਹੁੰਦਾ ਤਾਂ ਉਸ ਨੂੰ ਜੇਲ੍ਹ 'ਚ ਪਾ ਦਿੰਦੀ ਤੇ ਫਿਰ ਅਗਲੇ ਦਿਨ ਜੇਲ੍ਹ 'ਚੋਂ ਕੱਢਦੀ ਤਾਂ ਭੈਣ ਨੂੰ ਗੋਲੀ ਖਵਾ ਕੇ ਪਾ ਦਿੰਦੀ ਤੇ ਖੁਦ 500 ਦੇ ਨੋਟ ਉਠਾ ਲੈਂਦੀ। ਇਸੇ ਤਰ੍ਹਾਂ 6 ਸਾਲ ਹੋ ਗਏ ਤੇ ਹੁਣ ਤੱਕ ਸਾਰੀਆਂ ਭੈਣਾਂ ਮਾਂ ਦੀ ਇਹ ਸਜ਼ਾ ਪਾ ਚੁੱਕੀਆਂ ਸਨ, ਬਿਨਾਂ ਮੇਰੇ, ਕਿਉਂਕਿ ਮੈਂ ਕਦੇ ਕੋਈ ਕੰਮ ਨਹੀਂ ਕਰਦੀ ਸੀ ਤੇ ਨਾ ਹੀ ਮੇਰੀਆਂ ਭੈਣਾਂ ਕਰਨ ਦਿੰਦੀਆਂ ਸਨ। ਜੇਕਰ ਮੈਂ ਕਿਸੇ ਕੰਮ ਨੂੰ ਹੱਥ ਲਾ ਦਿੰਦੀ ਤਾਂ ਉਹ ਰੋਕ ਦਿੰਦੀਆਂ ਜਾਂ ਉਹ ਕੰਮ ਖੋ ਕੇ ਖੁਦ ਕਰਨ ਲੱਗਦੀਆਂ। ਸਾਨੂੰ ਬਹੁਤ ਅਜੀਬ ਲੱਗਦਾ ਕਿ ਇਹ ਹਮੇਸ਼ਾ ਹੀ ਮੈਨੂੰ ਛੋਟੀ ਹੀ ਸਮਝਦੀਆਂ ਰਹਿਣਗੀਆਂ। ਮੈਂ 18 ਸਾਲ ਦੀ ਹੋ ਚੁੱਕੀ ਹਾਂ, ਘੱਟੋ ਘੱਟ ਹੁਣ ਤਾਂ ਕੋਈ ਕੰਮ ਕਰਨ ਦੇਣ। ਪਰ ਉਹਨਾਂ ਸਾਰੀਆਂ ਦਾ ਇਹੀ ਜਵਾਬ ਹੁੰਦਾ ਕਿ ਜੇਕਰ ਤੇਥੋਂ ਕੋਈ ਗਲਤੀ ਹੋ ਗਈ ਤਾਂ ਮਾਂ ਤੈਨੂੰ ਵੀ ਸਜ਼ਾ ਦੇਵੇਗੀ। ਮੇਰਾ ਦਿਲ ਬਹੁਤ ਕਰਦਾ ਸੀ ਕਿ ਉਹਨਾਂ ਤੋਂ ਪੁੱਛਾਂ ਕਿ ਆਖਰ ਅਜਿਹੀ ਕਿਹੜੀ ਸਜ਼ਾ ਹੈ ਜਿਸ ਤੇ ਤੁਸੀਂ ਸਾਰੀਆਂ ਇਸ ਤਰ੍ਹਾਂ ਡਰਦੀਆਂ ਹੋ। ਪਰ ਭੈਣ ਨਾਲ ਕੀਤਾ ਹੋਇਆ ਵਾਅਦਾ ਵੀ ਬਹੁਤ ਚੰਗੀ ਤਰ੍ਹਾਂ ਯਾਦ ਸੀ। ਮੈਂ ਉਸ ਨੂੰ ਵੀ ਨਾ ਤੋੜ ਸਕਦੀ ਸੀ। ਹੁਣ ਸਿਰਫ ਇੱਕ ਹੀ ਹੱਲ ਸੀ ਕਿ ਮੈਂ ਕੰਮ ਕਰਾਂ ਤੇ ਮਾਂ ਮੈਨੂੰ ਸਜ਼ਾ ਦੇ ਤੌਰ ਤੇ ਜੇਲ੍ਹ 'ਚ ਬੰਦ ਕਰੇ। ਭੈਣਾਂ ਦਾ ਵਿਵਹਾਰ ਅਜੀਬ ਹੀ ਸੀ। ਕੋਈ ਵੀ ਮੈਨੂੰ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀ ਸੀ। ਮੇਰਾ ਸ਼ੱਕ ਵੀ ਸੱਤਵੇਂ ਆਸਮਾਨ ਤੇ ਪਹੁੰਚ ਗਿਆ। ਇੱਕ ਦਿਨ ਮੈਂ ਖਾਣਾ ਖਾਧਾ, ਜਲਦੀ ਨਾਲ ਕੱਚ ਦੇ ਗਲਾਸ 'ਚ ਪਾਣੀ ਪੀ ਕੇ ਗਿਲਾਸ ਨੂੰ ਹੱਥ ਮਾਰਿਆ, ਜਿਸ ਕਾਰਨ ਉਹ ਹੇਠਾਂ ਡਿੱਗ ਕੇ ਟੁੱਟ ਗਿਆ। ਗਿਲਾਸ ਟੁੱਟਿਆ ਦੇਖ ਕੇ ਮਾਂ ਮੇਰੇ ਵੱਲ ਆਈ, ਪਰ ਅਗਲੇ ਹੀ ਪਲ ਉਹਨਾਂ ਦੇ ਚਿਹਰੇ ਤੇ ਅਜੀਬ ਜਿਹੀ ਮੁਸਕਰਾਹਟ ਸੀ। ਉਹਨਾਂ ਨੇ ਮੈਨੂੰ ਜੇਲ੍ਹ 'ਚ ਬੰਦ ਕਰਨ ਨੂੰ ਕਿਹਾ ਤੇ ਬੋਲੀ ਕਿ ਚੰਗੀ ਤਰ੍ਹਾਂ ਖਾ ਪੀ ਲੈ, ਬਾਅਦ 'ਚ ਸਾਰੀ ਰਾਤ ਕੁਝ ਵੀ ਨਹੀਂ ਮਿਲੇਗਾ। ਮੈਂ ਰਸੋਈ 'ਚ ਜਾ ਕੇ ਚੰਗੀ ਤਰ੍ਹਾਂ ਖਾਣਾ ਖਾਧਾ ਤਾਂ ਐਨੇ ਨੂੰ ਪਿੱਛੋਂ ਮੇਰੀ ਇੱਕ ਭੈਣ ਆਈ ਤੇ ਮੇਰਾ ਦੁਪੱਟਾ ਖੁਦ ਲੈ ਕੇ ਘੁੰਡ ਕੱਢ ਲਿਆ। ਮੈਂ ਚੀਕ ਪਈ ਕਿ ਨਹੀਂ, ਮੈਂ ਖੁਦ ਜਾਣਾ ਹੈ, ਜਿਸ ਤੇ ਉਹ ਬੋਲੀ ਕਿ ਮੈਨੂੰ ਜਾਣ ਦੇ, ਤੂੰ ਇਸ ਤਰ੍ਹਾਂ ਕਰ ਕਿ ਉਧਰ ਪਰਦੇ ਦੇ ਪਿੱਛੇ ਲੁਕ ਜਾਈਂ, ਤੈਨੂੰ ਸਭ ਪਤਾ ਲੱਗ ਜਾਵੇਗਾ। ਮਾਂ ਨੇ ਜਿਵੇਂ ਹੀ ਭੈਣ ਨੂੰ ਜੇਲ੍ਹ 'ਚ ਬੰਦ ਕੀਤਾ ਤੇ ਤਾਲਾ ਲਾਉਣ ਲਈ ਮੁੜੀ ਤਾਂ ਮੈਂ ਛੇਤੀ ਦੇਣੇ ਪਰਦੇ ਦੇ ਪਿੱਛੇ ਨਿਕਲ ਜੇਲ੍ਹ ਦੇ ਅੰਦਰ ਚਲੀ ਗਈ ਤੇ ਅੱਗੇ ਜਾ ਕੇ ਪਰਦੇ ਦੇ ਪਿੱਛੇ ਲੁਕੀ। ਜੇਲ੍ਹ ਦੇ ਬੰਦ ਹੋਣ ਤੋਂ ਬਾਅਦ ਮੇਰੀ ਜਾਨ ਹੀ ਨਿਕਲ ਗਈ। ਉੱਥੇ ਦੀ ਦੀਵਾਰ ਇੱਕ ਪਾਸੇ ਨੂੰ ਖੁੱਲਣ ਲੱਗੀ ਤਾਂ ਸਾਹਮਣੇ ਇੱਕ ਖੂਬਸੂਰਤ ਕਮਰਾ ਸੀ, ਜਿਸ 'ਚ ਜ਼ਮੀਨ ਤੇ ਸੁੰਦਰ ਕਾਲੀਨ ਵਿਛਿਆ ਹੋਇਆ ਸੀ ਤੇ ਆਸੇ-ਪਾਸੇ ਗੋਲ-ਗੋਲ ਸਿਰਹਾਣਿਆਂ ਦੇ ਨਾਲ ਕਈ ਮਰਦ ਬੈਠੇ ਸਨ। ਥੋੜੀ ਦੇਰ ਬਾਅਦ ਹੀ ਇੱਕ ਲੜਕੀ ਮੇਰੀ ਭੈਣ ਨੂੰ ਦੂਜੇ ਪਰਦੇ ਦੇ ਪਿੱਛੇ ਲੈ ਗਈ ਤੇ ਜਦੋਂ ਭੈਣ ਵਾਪਸ ਆਈ ਤਾਂ ਉਹ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ, ਕਿਸੇ ਦੁਲਹਨ ਵਾਂਗ। ਫਿਰ ਗਾਣਾ ਵੱਜਣ ਲੱਗਿਆ ਤੇ ਮੇਰੀ ਭੈਣ ਉਸ ਗਾਣੇ ਤੇ ਨੱਚਣ ਲੱਗੀ। ਉਹ ਪੂਰੀ ਰਾਤ ਨੱਚਦੀ ਰਹੀ ਤੇ ਮੈਂ ਰੋਂਦੀ ਹੋਈ ਆਪਣੀ ਭੈਣ ਨੂੰ ਆਪਣੇ ਹਿੱਸੇ ਦੀ ਸਜ਼ਾ ਸਹਿੰਦੇ ਹੋਏ ਦੇਖਦੀ ਰਹੀ। ਫਿਰ ਆਖਰ ਜਦੋਂ ਸਵੇਰ ਹੋਈ ਤਾਂ ਆਦਮੀ ਇੱਕ ਇੱਕ ਕਰਕੇ ਉੱਥੋਂ ਜਾਣ ਲੱਗੇ, ਪਰ ਜਾਣ ਤੋਂ ਪਹਿਲਾਂ ਸਾਰੇ ਆਪਣੇ ਹਿਸਾਬ ਨਾਲ ਹਜ਼ਾਰਾਂ ਦੇ ਨੋਟ ਰੱਖ ਕੇ ਜਾ ਰਹੇ ਸਨ। ਮੇਰੀ ਭੈਣ ਨੱਚ-ਨੱਚ ਕੇ ਬਹੁਤ ਜ਼ਿਆਦਾ ਥੱਕ ਗਈ ਸੀ ਤੇ ਜਦੋਂ ਮਾਂ ਨੇ ਜੇਲ੍ਹ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਤੋਂ ਚੰਗੀ ਤਰ੍ਹਾਂ ਚੱਲਿਆ ਵੀ ਨਹੀਂ ਜਾ ਰਿਹਾ ਸੀ ਤੇ ਉਹ ਲੰਗੜਾ ਕੇ ਚੱਲ ਰਹੀ ਸੀ। ਜਦੋਂ ਉਹ ਬਾਹਰ ਨਿਕਲੀ ਤਾਂ ਮੈਂ ਵੀ ਅੱਖ ਬਚਾ ਕੇ ਉਸ ਦੇ ਪਿੱਛੇ ਹੀ ਬਾਹਰ ਨਿਕਲੀ। ਮੇਰੀਆਂ ਸਾਰੀਆਂ ਭੈਣਾਂ ਨੇ ਇਹ ਜ਼ੁਲਮ ਬਰਦਾਸ਼ਤ ਕਰ ਲਿਆ ਸੀ, ਪਰ ਮੇਰੇ ਲਈ ਇਹ ਸਭ ਕੁਝ ਸਹਿਣਾ ਸੰਭਵ ਨਹੀਂ ਸੀ। ਮੈਂ ਸੋਚ ਲਿਆ ਕਿ ਅੱਜ ਰਾਤ ਨੂੰ ਮਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਦਿਆਂਗੀ। ਅੱਜ ਫਿਰ ਮੈਂ ਗਲਤੀ ਕੀਤੀ ਤੇ ਮਾਂ ਨੇ ਮੈਨੂੰ ਭੇਜਣਾ ਚਾਹਿਆ ਤਾਂ ਬਾਕੀ ਭੈਣਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਚਲੇ ਜਾਂਦੇ ਹਾਂ, ਪਰ ਮੈਂ ਜਿੱਦ ਕੀਤੀ ਤੇ ਖੁਦ ਜੇਲ੍ਹ ਦੇ ਅੰਦਰ ਗਈ। ਰਾਤ ਨੂੰ ਉੱਥੇ ਜਾਣ ਤੋਂ ਪਹਿਲਾਂ ਮੈਂ ਇੱਕ ਬਹੁਤ ਵੱਡਾ ਕਦਮ ਉਠਾਇਆ ਸੀ ਤੇ ਉਹ ਇਹ ਕਿ ਸਾਡੇ ਮੁਹੱਲੇ 'ਚ 3 ਸਾਲ ਪਹਿਲਾਂ ਹੀ ਇੱਕ ਸੱਸ ਨੇ ਆਪਣੀ ਬਹੂ ਨੂੰ ਮਾਰਿਆ ਸੀ ਤਾਂ ਮੀਡੀਆ ਵਾਲੇ ਆਏ ਸਨ। ਜਾਂਦੇ ਸਮੇਂ ਉਹਨਾਂ ਦਾ ਕਾਰਡ ਗਲੀ 'ਚ ਹੀ ਡਿੱਗ ਗਿਆ ਤੇ ਮੈਂ ਉਹ ਉਠਾ ਲਿਆ ਸੀ। ਉਹ ਕਾਰਡ ਉਸ ਸਮੇਂ ਤੋਂ ਹੀ ਮੈਂ ਸਾਂਭ ਕੇ ਰੱਖਿਆ ਹੋਇਆ ਸੀ। ਪਾਪਾ ਕਿਉਂਕਿ ਮਰ ਗਏ ਸਨ ਤਾਂ ਮੈਂ ਉਹਨਾਂ ਦਾ ਮੋਬਾਈਲ ਵੀ ਸਾਂਭਿਆ ਹੋਇਆ ਸੀ, ਜਿਸ ਤੋਂ ਮੈਂ ਮੀਡੀਆ ਵਾਲਿਆਂ ਦਾ ਨੰਬਰ ਮਿਲਾਇਆ ਤੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ। ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਅੱਜ ਰਾਤ ਤੁਹਾਨੂੰ ਆਪਣੀਆਂ ਅੱਖਾਂ ਨਾਲ ਸਭ ਸੱਚ ਪਤਾ ਲੱਗ ਜਾਵੇਗਾ। ਉਹ ਲੋਕ ਮੇਰੀ ਗੱਲ ਤੇ ਵਿਸ਼ਵਾਸ ਕਰਕੇ ਮੇਰੇ ਅੰਦਰ ਜਾਣ ਤੋਂ ਪਹਿਲਾਂ ਹੀ ਸਾਡੇ ਮੁਹੱਲੇ 'ਚ ਆ ਗਏ ਤੇ ਮੇਰੇ ਕਹੇ ਅਨੁਸਾਰ
ਮੇਰੇ ਇਸ਼ਾਰੇ ਦਾ ਇੰਤਜ਼ਾਰ ਕਰਨ ਲੱਗੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਜੇਲ੍ਹ 'ਚ ਜਾਣ ਤੋਂ ਪਹਿਲਾਂ 2 ਵਾਰ ਉੱਚੀ ਉੱਚੀ ਤੈਨੂੰ ਭੈਣ ਕਹਾਂਗੀ ਤਾਂ ਤੁਸੀਂ ਅੰਦਰ ਆ ਜਾਣਾ। ਜਿਵੇਂ ਹੀ ਮਾਂ ਮੈਨੂੰ ਜੇਲ੍ਹ 'ਚ ਅੰਦਰ ਲੈ ਜਾਣ ਲੱਗੀ ਤਾਂ ਮੈਂ ਉੱਚੀ ਉੱਚੀ ਤੈਨੂੰ ਭੈਣ ਕਿਹਾ ਤਾਂ ਉਹ ਪਿੱਛੇ ਹੀ ਕੈਮਰੇ ਲੈ ਕੇ ਆ ਗਏ। ਮਾਂ ਦੀਆਂ ਕਰਤੂਤਾਂ ਨੂੰ ਕੈਮਰੇ 'ਚ ਰਿਕਾਰਡ ਕਰ ਲਿਆ। ਮਾਂ ਬਹੁਤ ਘਬਰਾ ਗਈ। ਵਾਰ-ਵਾਰ ਮੈਨੂੰ ਗੁੱਸੇ ਨਾਲ ਦੇਖਦੇ ਹੋਏ ਮੈਨੂੰ ਆਪਣੇ ਸੀਨੇ ਨਾਲ ਲਗਾਉਣ ਲੱਗੀ ਕਿ ਮੇਰੀ ਬੇਟੀ ਤਾਂ ਪਾਗਲ ਹੈ। ਪਰ ਮੀਡੀਆ ਵਾਲਿਆਂ ਨੇ ਪੁਲਿਸ ਨੂੰ ਵੀ ਦੱਸ ਦਿੱਤਾ ਸੀ ਤਾਂ ਅਗਲੇ ਕੁਝ ਮਿੰਟਾਂ 'ਚ ਪੁਲਿਸ ਵੀ ਆ ਗਈ ਕਿ ਮਾਂ ਨੂੰ ਲਿਜਾ ਕੇ ਜੇਲ੍ਹ ਸੁੱਟ ਦਿੱਤਾ। ਮੇਰੀਆਂ ਸਾਰੀਆਂ ਭੈਣਾਂ ਮੇਰੇ ਨਾਲ ਬਹੁਤ ਨਾਰਾਜ਼ ਸਨ ਕਿ ਮਾਂ ਨਾਲ ਅਜਿਹਾ ਕਿਉਂ ਕੀਤਾ, ਪਰ ਮੈਂ ਚੁੱਪ ਸੀ। ਮੈਂ ਕੋਈ ਜਵਾਬ ਨਾ ਦਿੱਤਾ। ਮੈਂ ਬਸ ਆਪਣੀਆਂ ਭੈਣਾਂ ਨੂੰ ਬਚਾਉਣਾ ਚਾਹੁੰਦੀ ਸੀ। ਅਗਲੇ ਦਿਨ ਇੱਕ ਲੇਡੀਜ਼ ਕਾਂਸਟੇਬਲ ਨੇ ਸਾਨੂੰ ਦੱਸਿਆ ਕਿ ਉਸ ਔਰਤ ਨੇ ਜ਼ੁਲਮ ਕੀਤਾ ਹੈ। ਤੁਸੀਂ ਸਾਰੀਆਂ ਉਸ ਦੀਆਂ ਬੇਟੀਆਂ ਨਹੀਂ ਹੋ, ਸਗੋਂ ਉਸਨੇ ਤੁਹਾਨੂੰ ਅਲੱਗ-ਅਲੱਗ ਜਗ੍ਹਾ ਤੋਂ ਉਠਾਇਆ ਹੈ ਸਿਰਫ ਇਹ ਕਾਰੋਬਾਰ ਕਰਨ ਲਈ। ਇਸ ਦਾ ਪਤੀ ਵੀ ਖੁਦ ਦੀ ਮੌਤ ਨਹੀਂ ਮਰਿਆ, ਸਗੋਂ ਇਸ ਔਰਤ ਨੇ ਖੁਦ ਮਾਰਿਆ ਹੈ ਕਿਉਂਕਿ ਉਹ ਤੁਹਾਨੂੰ ਸਾਰੀਆਂ ਨੂੰ ਵੇਚਣਾ ਚਾਹੁੰਦਾ ਸੀ, ਜਦੋਂ ਕਿ ਇਹ ਔਰਤ ਸਾਰੀ ਉਮਰ ਦੀ ਕਮਾਈ ਖਾਣਾ ਚਾਹੁੰਦੀ ਸੀ ਤੇ ਤੁਹਾਡੇ ਤੋਂ ਇਹ ਕੰਮ ਕਰਵਾਉਂਦੀ ਸੀ। ਇਹ ਸੁਣ ਸਾਡੇ ਸਾਰਿਆਂ ਭੈਣਾਂ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੁਲਿਸ ਨੇ ਕਿਹਾ ਕਿ ਉਹ ਸਾਨੂੰ ਸਾਡੇ ਅਸਲੀ ਮਾਤਾ-ਪਿਤਾ ਤੱਕ ਪਹੁੰਚਾ ਦੇਣਗੇ, ਪਰ ਅਸੀਂ ਸਾਰਿਆਂ ਨੇ ਮਨਾ ਕਰ ਦਿੱਤਾ ਤੇ ਅਸੀਂ ਸਾਰੀਆਂ ਭੈਣਾਂ ਨੇ ਇਕੱਠੇ ਰਹਿਣ ਦਾ ਸੋਚਿਆ ਕਿ ਅਸੀਂ ਸਾਰੀਆਂ ਭੈਣਾਂ ਵੱਖ ਨਹੀਂ ਹੋਵਾਂਗੀ ਤੇ ਹਮੇਸ਼ਾ ਇਕੱਠੇ ਰਹਾਂਗੀ। ਸੋ ਦੋਸਤੋ, ਮੈਂ ਮਾਂ ਨੂੰ ਪੁਲਿਸ ਹਵਾਲੇ ਕਰਕੇ ਸਹੀ ਕੀਤਾ ਜਾਂ ਫਿਰ ਗਲਤ, ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਜੇਕਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ